ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਸਭਦੋਂ ਵੱਡੇ ਗੁਰ ਸਿੱਖਾਂ ਕੇ। ਬੋਲੋ ਜੀ ਸਭਦੋਂ ਗੁਰ ਚਰਣੀ ਸਿੱਖ ਪੜਦੇ ਆ। ਗੁਰ ਚਰਣੀ ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਸਾਰੇ ਸਭਦੋਂ ਤਨ ਭਾਗ ਤਿੰਨਾ ਭਗਤ ਜਨਾ। ਜੋ ਹਰ ਨਾਮਾ ਹਰ ਮੁਖ ਕਹਤੇ ਆ। ਤਨ ਤਨ ਭਾਗ ਤਿੰਨਾ ਸੰਤ ਜਨਾ। ਜੋ ਹਰ ਜਸ ਸਰਵਣੀ ਸੁਣਤੇ ਆ। ਤਨ ਤਨ ਭਾਗ ਤਿੰਨਾ ਸਾਧ ਜਨਾ। ਹਰ ਕੀਰਤਨ ਗਾਏ ਗੁਣੀ ਜਨ ਬਣਦੇ ਆ। ਤਨ ਤਨ ਭਾਗ ਤਿੰਨਾ ਗੁਰਮੁਖਾਂ। ਤਨ ਤਨ ਭਾਗ ਤਿੰਨਾ ਗੁਰਮੁਖਾਂ। ਜੋ ਗੁਰ ਸਿੱਖ ਲੈ ਮਨ ਜਣਦੇ ਆ। ਜੋ ਗੁਰ ਸਿੱਖ ਲੈ ਜਣਦੇ ਆ। ਬੋਲੋ ਜੀ ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਵਾਹ ਵਾਹ। ਵੱਡੇ ਭਾਗ ਗੁਰ ਸਿੱਖਾਂ ਕੇ। ਜੋ ਗੁਰ ਚਰਣੀ ਪੜਦੇ ਆ। ਗੁਰ ਚਰਣੀ ਸਿੱਖ ਪੜਦੇ ਆ। ਗੁਰ ਚਰਣੀ ਸਿੱਖ ਪੜਦੇ ਆ। ਜੋ ਗੁਰ ਚਰਣੀ ਸਿੱਖ ਪੜਦੇ ਆ। ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਵਾਹ ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਵਾਹ ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਸਭਦੋਂ ਵੱਡੇ ਭਾਗ ਗੁਰ ਸਿੱਖਾਂ ਕੇ। ਸਭਦੋਂ ਵੱਡੇ ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ।
जिन्हां ने नहीं हाजरी लाई, गुरु ग्रंथ साहिब दे एक एक अखर विचों गुरु नानक दे दर्शन करके गज के आखो सतनाम। एक विशा गुरसिख दियां विशेष निशानियां। अज 8वीं निशानी की बारी है। कोई संगत नवी आई होंदी है, पहलियां 7 बोल के महाराज 8वीं निशानी की सेवा ले। गुरसिख की पहली विशेष निशानी सुनियो भी, अंदर वसायो भी, कमायो भी। गुरसिख की पहली विशेष निशानी हर वेले सुचेत रह के सवासां नूं सफला करता है। गज के आखो सतनाम। तुसी जराबां पाईआं, गद्दी ते बैठे हो, नौकर 2-3 काम कर रहे हैं, सौदा लिखना है, माया लेनी है, सामान नौकर ने देना है। अपनी दुकान ते बैठे हैं, थोड़ा जा किते सुचेत हो जाओ कि 8 घंटे 9 घंटे 7 घंटे जेड़ा मैं अपनी दुकान दी गद्दी ते बहना है, किते एक सवास भी मेरा अजाया ना जाए। आखो सतनाम। बड़ा आनंद है, बड़ा आनंद है। जेड़ा नितनेम आपां करना तो करना ही है। दुनियावी कम्मां च भी सुचेत रह के सवासां नूं संभालना है, सवासां नूं सफला करना है। इनकलाब लिया, ये पहली निशानी साडे जीवन च आवे। गुरसिख दी दूजी निशानी सुरती विच भी, सुरती विच भी कदी किसे दा बुरा नहीं मंगदा। गज के आखो सतनाम। गुरसिख दी तीजी निशानी एकांत विच भी माड़ा काम करन तो डरदा, मैनू कोई वेख रहा है। आखो सतनाम। गुरसिख दी चौथी निशानी कदी भी किसी दी खुशी लताड़ के खुशी नहीं लेगा। आनंद ही बड़ा है। इन्हां चीज़ां नूं समझ पाओ, बहुत आनंद है। ऐसी प्यार भरी मंजिल मिल जाती है कि अपने कारोबार विच भी तुसी दूजे नूं निंददे नहीं। मैं की दसां सवा, नहीं ते जे संगत ना कीती होवे ते डॉक्टर दूजे डॉक्टर नूं निंददा, इंजीनियर दूजे इंजीनियर नूं निंददा, एक दुकानदार दूजे सौदे नूं निंददा है। किते आ संगत च आके फिर खुलदा है, मेरा रिजक मैनू मिल ही जाना। आखो सतनाम। किसे दी खुशी लताड़ के वो खुशी
ਗੁਰਸਿੱਖ ਦੀ ਪੰਜਵੀਂ ਨਿਸ਼ਾਨੀ ਦੇਖ ਕੇ ਅੰਡਿਠ ਕਰਨ ਦੇ ਗੁਣ ਉਹਦੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ। ਆਖੋ ਸਤਨਾਮ। ਗੁਰਸਿੱਖ ਦੀ ਛੇਵੀਂ ਨਿਸ਼ਾਨੀ ਮਾਇਆ ਦੇ ਲੋਭ ਤੋਂ ਉੱਥੇ ਉੱਠ ਜਾਂਦਾ ਹੈ। ਲੋਭ ਤੇ ਪਿਛਲੇ ਜਿਹੜੀ ਤੁਸੀਂ ਸਰਵਣ ਕੀਤੀ, ਗੁਰਸਿੱਖ ਦੀ ਸੱਤਵੀਂ ਨਿਸ਼ਾਨੀ ਸਰਬੱਤ ਦਾ ਭਲਾ ਮੰਗਦਾ ਹੈ ਤੇ ਸਰਬੱਤ ਦਾ ਭਲਾ ਕਰਦਾ ਹੈ। ਆਖੋ ਸਤਨਾਮ। ਅੱਜ ਅੱਠਵੀਂ ਨਿਸ਼ਾਨੀ ਇਹ ਹੈ ਮਾੜੀ ਜੀ ਉੱਚੀ ਹੈ, ਪਰ ਕੋਸ਼ਿਸ਼ ਕਰਾਂਗੇ ਗੁਰੂ ਕਰਾਵੇ ਕਿ ਗੁਰਬਾਣੀ ਅਨੁਸਾਰ ਆਪ ਜੀ ਤੱਕ ਗੱਲ ਪਹੁੰਚ ਸਕੇ। ਅੱਠਵੀਂ ਨਿਸ਼ਾਨੀ ਗੁਰਸਿੱਖ ਦੀ ਮਾਰੇ ਸੇਵਾ ਲੈਣ। ਪੜ੍ਹੋ ਇੱਕ ਵਾਰੀ ਪਿਆਰ ਨਾਲ ਜੀ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਸਭ ਤੋਂ ਵੱਡੇ ਸਭ ਤੋਂ ਵੱਡੇ ਗੁਰਸਿੱਖਾਂ ਕੇ, ਸਭ ਤੋਂ ਜੋ ਗੁਰ ਚਰਣੀ ਸਿੱਖ ਪੜਤੇ ਆ, ਗੁਰ ਚਰਣੀ ਸਿੱਖ ਪੜਤੇ ਆ, ਸਭ ਨੂੰ ਵੱਡੇ ਗੁਰ ਸਿੱਖਾਂ ਕੇ। ਵਾਹ ਵਾਹ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ। ਗੱਜ ਕੇ ਆਖੋ ਸਤਨਾਮ। ਹੈ ਉੱਚੀ ਹੈ, ਮੇਰੀ ਵੀ ਅਰਦਾਸ ਕਰਿਓ, ਆਪਣੀ ਵੀ। ਗੁਰਸਿੱਖ ਦੀ ਅੱਠਵੀਂ ਨਿਸ਼ਾਨੀ ਧਿਆਨ ਦੇਣਾ। ਗੁਰਸਿੱਖ ਦੀ ਅੱਠਵੀਂ ਨਿਸ਼ਾਨੀ, ਅੱਠਵੀਂ ਨਿਸ਼ਾਨੀ ਦੁੱਖਾਂ ਵਿੱਚ ਕਲਪਦਾ ਨਹੀਂ ਤੇ ਸੁੱਖਾਂ ਵਿੱਚ ਉਛਲਦਾ ਨਹੀਂ। ਆਖੋ ਸਤਨਾਮ। ਵਿਸ਼ਾ ਬੜਾ ਡੂੰਘਾ ਜਾਏ ਤੇ ਸਿਰ ਤੇ ਹੱਥ ਰੱਖਣਾ। ਜਦੋਂ ਮੈਂ ਇਹ ਚੀਜ਼ ਪੜ੍ਹਦਾ ਤੇ ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਹੈ ਹੀ ਨਹੀਂ। ਮੈਂ ਫਿਰ ਬੋਲਦਿਆਂ, ਅੱਠਵੀਂ ਨਿਸ਼ਾਨੀ ਦੁੱਖਾਂ 'ਚ ਕਲਪਦਾ ਨਹੀਂ, ਸੁੱਖਾਂ 'ਚ ਉਛਲਦਾ ਨਹੀਂ। ਅੱਜ ਤੋਂ ਕਾਫੀ ਸਾਲ ਪਹਿਲਾਂ ਤੁਸੀਂ ਇੱਕ ਬਚਨ ਸੁਣਿਆ ਸੀ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਦੀਪਕ ਰਾਗੇ ਨਾ ਮੇਘ ਰਾਗੇ। ਆਖੋ ਸਤਨਾਮ। ਦੀਪਕ ਵੀ ਨਹੀਂ, ਮੇਘ ਵੀ ਨਹੀਂ। ਦੀਪਕ ਰਾਗ ਕੀ ਹੁੰਦਾ ਵੀ ਬਹੁਤ ਜੋੜ ਕੇ ਜਦੋਂ ਗਾਇਆ ਤੇ ਅੱਗ ਵਰਸਦੀ, ਦੀਪਕ ਅੱਗ। ਮੇਘ ਬਹੁਤ ਖੁਸ਼ੀਆਂ, ਭੰਗੜੇ। ਮਹਾਰਾਜ ਨੇ ਦੋਵੇਂ ਰਾਗ ਪਾਏ ਹੀ ਨਹੀਂ। ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ, ਗੁਰੂ ਗ੍ਰੰਥ ਸਾਹਿਬ 'ਚ ਨਾ ਦੀਪਕ ਰਾਗੇ ਨਾ ਮੇਘ ਰਾਗੇ। ਕੀ ਭਾਵ? ਨਾ ਬਹੁਤੇ ਰੋਣੇ ਧੋਣੇ ਨੇ, ਨਾ ਬਹੁਤੇ ਭੰਗੜੇ ਨੇ, ਟੱਪਣਾ ਹੈ। ਆਖੋ ਸਤਨਾਮ। ਤਾਂ ਧਿਆਨ ਨਾਲ ਸੁਣੋ। ਨਾ ਰੋਣੇ ਧੋਣੇ ਨੇ, ਨਾ ਬਹੁਤੇ ਨਾਚ ਟਾਪ ਭੰਗੜੇ ਨੇ, ਵਿਚਲਾ ਮਾਰਗ ਹੈ। ਦੁੱਖਾਂ 'ਚ ਕਲਪਦਾ ਨਹੀਂ, ਰੋਣੇ ਧੋਣੇ ਨਹੀਂ, ਸੁੱਖਾਂ 'ਚ ਉਛਲਦਾ ਨਹੀਂ। ਇਹ ਥੋੜਾ ਜਿਹਾ ਮੈਨੂੰ ਯਾਦ ਆ ਗਿਆ ਸਮਾਂ। ਮੈਂ ਇੱਕ ਵਾਰੀ ਸਹਿਜ ਪਾਠ ਕਰ ਰਿਹਾ ਸੀ। ਤੁਸੀਂ ਸਹਿਜ ਪਾਠ ਕਰ ਰੱਖਿਆ ਹੁੰਦਾ ਕਈ ਵਾਰੀ। ਤੇ ਦਾਸ ਸਹਿਜ ਪਾਠ ਕਰ ਰਿਹਾ ਤੇ ਸ਼ਬਦ ਆ ਗਿਆ,
रोवे राम निकाला भया, सीता लक्ष्मण विछड़ गया। रोवे दैसर लंक गवाए, जिन सीता आंदी डोरू वाए। शब्द कभी पढ़ियो विच। रोवे पांडव पहे मजूर, जिनके स्वामी रहत हदूर। रोवे जन्मेजा होए गया, एक ही कारण पापी भया। अजे सो रोवे भीखिया, अजे राजा होया, जन्मेजा राजा होया। अजे सो रोवे भीखिया खाए, ऐसी दरगाह मिले सजाए। ये शब्द कोई पढ़ियो उगां तुरया जांदा जेकर फलाना भी रोया, फलाना भी रोया। ये दास सहज पाठ कर रहा सी ते जदों आ शब्द आया तो एकदम सोच चली गई ननकाने साहब, जिथे बाबे नानक का अवतार होया। खीरली सोच चली गई हजूर साहब, 10वें पातशाह ने जिथे चोला बदलिया। मैं क्या फलाना भी रोया, फलाना भी रोया। दो मिनट सोच चली गई, मैं क्या गुरु नानक भी रोया, आको सतनाम। कभी विचारे कर जाओगे, फिर तुहानू पता लगेगा किन्ने मीर हाँ। मैं पहली पातशाही तो जो थोड़ा सोचना शुरू होया, ननकाना आगमन होया, शुरुआत तुहाडी सिੱਖੀ दी, हजूर साहब तक कोई इतिहास का पन्ना एहो जिहा नहीं लभा कि गुरु नानक भी रोया है, नहीं रोया। ध्यान देना, एक छोटी जी गल है नूं पकड़ना। तुहाडा प्यो गुरु गोबिंद सिंह महाराज सिंघासन ते बैठे, 2-4 हज़ार सूरमा सेवा च, हज़ारां दी गिणती संगत दर्शन कर रही है। तुहाडे पिता जी नूं चौर साहिब हो रही है। तुहाडे पिता जी चंदन दी चौंकी ते पैर रख के सिंघासन ते बैठे। बड़े सुंदर सोने दे चंदोए, हीरियां नाल जड़े चंदोए थले बैठे है। ध्यान देना जरा, कितना सत्कार है गुरु गोबिंद सिंह जी। कितने सिंह सेवा च हाजर ने भी, जल दा हुक्म, प्रशादे दा हुक्म, कोई होर हुक्म। ते मैं हैरान हाँ, ओहो गुरु गोबिंद सिंह जी इहो जिहा समा आया, माछीवाड़े दे जंगलों च चौर साहिब वाला है ही कोई नहीं, सेवादार है ही कोई नहीं, प्रशादा पुछण वाला है ही कोई नहीं, जल पुछण वाला है ही कोई नहीं, चंदन दी चौंकी प्रशादी आती है ही कोई नहीं। जरा वेखो दोवें नक्शे वेखे, ना जोड़ा ना कोड़ा ना बाज, बोलोगे ना ताज, आको सतनाम। जरा दोवें समय देखियो, चौर साहिब वाला भी नहीं, पानी पुछण वाला भी नहीं, प्रशादा पुछण वाला भी नहीं, बाज भी नहीं, ताज भी नहीं, जोड़ा भी नहीं, घोड़ा भी नहीं, लेटण लई बिस्तरा भी नहीं। सराणा भी नहीं, ते एक इट नूं सराणा बनाया, उन्होंने टिंड लिखिया, टिंड पुरानी बोली। रक्षा लियो, इन्ने सत्कार मान कोई उछलना नहीं। आ माछीवाड़े दे जंगलों का नक्शा ते कोई कल्पना नहीं। की कहते उथे, मित्र प्यारे नूं, मित्र प्यारे मित्र प्यारे नूं, मित्र प्यारे
भैणों मित्र मित्र प्यारे नू मित्र प्यारे नू रज के हाल मुरीदां दा कहना हाल मुरीदां दा कहना कहना हाल मुरीदां दा कहना हाल मुरीदां दा कहना हाल ਇਹਦੀ ਖੀਰਲੀ ਪੰਕਤੀ ਪੜ੍ਹ ਲਿਓ ਤੁਹਾਨੂੰ 8ਵੀਂ ਨਿਸ਼ਾਨੀ ਦੇ ਦਰਸ਼ਨ ਗੁਰੂ ਸਾਹਿਬ ਦੇ ਸਮਰੱਥ ਨੇ। ਖੀਰਲੀ ਪੰਕਤੀ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ ਕਹਿ ਦਿਓ ਗੱਜ ਕੇ ਸਤਨਾਮ ਸ੍ਰੀ ਵਾਹਿ। ਇਹ ਕੀ ਹੈ? ਦੁੱਖਾਂ ਵਿੱਚ ਕਲਪਨਾ ਨਹੀਂ ਤੇ ਸੁੱਖਾਂ ਵਿੱਚ ਉਛਲਦਾ ਨਹੀਂ। ਆਖੋ ਸਤਨਾਮ। ਸਾਡੇ ਪਿਤਾ ਜੀ ਨੇ ਆਪਣੇ ਤੇ ਢਾਲ ਕੇ ਦੱਸਿਆ, ਢਾਲ ਕੇ। ਮੈਂ ਕੋਈ ਦਮ ਨਹੀਂ ਮਾਰ ਰਿਹਾ, ਥੋੜਾ ਜਿਹਾ ਯਤਨ ਕਰਿਓ ਵੀ ਜਿਹੜਾ ਸਾਨੂੰ ਮਾਰਗ ਮਿਲਿਆ ਨਾ, ਸੈਂਟਰ ਦਾ ਮਾਰਗ ਹੈ, ਸੈਂਟਰ ਦਾ, ਸੈਂਟਰ ਜਿਹੜਾ ਹੈ। ਮੈਂ ਕਈ ਵਾਰੀ ਵੇਖਦਾ ਪਾਣੀ ਦੀ ਪੰਕਤੀ ਆ ਜਾਂਦੀ ਹੈ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਕਿ ਚੁੱਪ ਰਹਿਣ ਨਾਲ ਵੀ ਸ਼ਾਂਤੀ ਨਹੀਂ ਮਿਲਦੀ, ਕੋਈ ਬਿਲਕੁਲ ਚੁੱਪ ਰਹਿਣਾ ਵੀ ਸ਼ੁਰੂ ਕਰ ਦੇ। ਹੁਣ ਫਿਰ ਸੋਚੀਦਾ ਬਾਬਾ ਜੀ ਤੁਸੀਂ ਕਹਿਤਾ ਚੁੱਪ ਰਹਿਣ ਨਾਲ ਸ਼ਾਂਤੀ ਨਹੀਂ, ਇਹਦਾ ਮਤਲਬ ਜਿੰਨਾ ਮਰਜ਼ੀ ਬੋਲੀਏ। ਇਧਰੋਂ ਧੱਕਾ ਲਾਤਾ ਚੁੱਪੇ ਚੁੱਪ ਨਾ ਹੋਵੇ, ਇਧਰੋਂ ਵੀ ਧੱਕਾ ਲਾਤਾ ਗੁਰੂ ਸਾਹਿਬ ਨੇ, ਕਹਿੰਦੇ ਬਹੁਤਾ ਬੋਲਣ ਝੱਖਣ ਹੋਏ। ਆਖੋ ਸਤਨਾਮ। ਮਾਰੇ ਖੜਨਾ ਕਿੱਥੇ ਜਾਂਦੇ ਹੋ? ਝੱਖਣ ਕਹਿੰਦੇ ਲੜਾਈਆਂ ਨੂੰ, ਜਿਹੜਾ ਬਹੁਤਾ ਬੋਲੇਗਾ ਉਹਦੀ ਲੜਾਈਆਂ ਜ਼ਿਆਦਾ ਹੋਣਗੀਆਂ। ਇਹ ਘਰਾਂ 'ਚ ਨੋਟ ਕਰ ਲਿਓ। ਇੱਧਰ ਕਹਿੰਦੇ ਚੁੱਪ ਰਹਿਣ ਨਾਲ ਸ਼ਾਂਤੀ ਨਹੀਂ, ਇੱਧਰ ਕਹਿੰਦੇ ਬਹੁਤਾ ਬੋਲਣ ਨਾਲ। ਅੱਜ ਦਾ ਵਿਸ਼ਾ ਸਮਝਿਓ। ਮਾਰੇ ਕਹਿੰਦੇ ਮੈਨੂੰ ਕੋਈ ਬਹੁਤ ਬੋਲੇ ਉਹ ਵੀ ਨਹੀਂ, ਸੁੱਖਾਂ ਚੋਂ ਚਲੇ ਉਹ ਵੀ ਨਹੀਂ, ਚਲੋ ਚੁੱਪ ਵੀ ਕਰ ਜੇ ਉਹ ਵੀ ਗੁਰਮਤ ਨਹੀਂ। ਫਿਰ ਸੈਂਟਰ ਦਿੰਦੇ ਕਹਿੰਦੇ ਥੋੜਾ ਬੋਲਣ ਗੁਰਮਤ ਪਾਏ। ਆਖੋ ਸਤਨਾਮ। ਮੈਂ ਗਾ ਕੇ ਬੋਲਣਾ ਸੀ, ਸਮਾਂ ਬਚਾ ਰਿਹਾ। ਥੋੜਾ ਬੋਲਣ ਗੁਰਮਤ ਪਾਏ। ਹੁਣ ਤੁਸੀਂ ਕਦੀ ਇਹ ਗੁਰੂ ਘਰ ਦਾ ਆਸ਼ਾ ਸਮਝੋ, ਸੈਂਟਰ ਦਾ ਆਸ਼ਾ ਦਿੰਦੇ ਤੁਸੀਂ। ਕਦੀ ਗੁਰੂ ਘਰ ਦਾ ਆਸ਼ਾ ਸਮਝੋ ਤੇ ਪੰਕਤੀ ਆਏਗੀ, ਛੋਡੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ। ਵੀ ਜਿਹੜਾ ਅੰਨ ਛੱਡਦਾ ਜੀ ਇਹ ਪਖੰਡ ਹੈ। ਹੁਣ ਤੁਸੀਂ ਕਹੋ ਵੀ ਮਹਾਰਾਜ ਨੇ ਕਹਿਤਾ ਹੈ ਅੰਨ ਛੱਡਣਾ ਨਹੀਂ ਚਾਹੀਦਾ, ਰਜ ਰਜ ਖਾਓ। ਆਖੋ ਸਤਨਾਮ। ਜੋ ਮਰਜ਼ੀ ਖਾਓ। ਮਹਾਰਾਜ ਨੇ ਕਿਹਾ ਵੀ ਕੋਈ ਲੋੜ ਨਹੀਂ ਅੰਨ ਛੱਡਣ ਦੀ। ਬਣਾਓ 5-5 ਸਬਜ਼ੀਆਂ, ਲਿਆਓ ਬਰਾਜੀਆਂ ਬਾਜ਼ਾਰ ਚੋਂ, ਵੈਰਾਈਟੀਆਂ 8-8 ਸੱਚੇ ਲਿਆਓ। ਕਦੀ ਕੁਝ ਲਿਆਓ ਕਦੀ ਕੁਝ ਲਿਆਓ। ਤੇ ਇਧਰੋਂ ਧੱਕਾ ਲਾਤਾ, ਛੋਡੇ ਅੰਨ ਘਰੇ ਪਖੰਡ ਨਾ ਉਸ ਸੁਹਾਗਣ ਨਾ ਹੋਰ। ਨਾਲ ਹੀ ਇਧਰੋਂ ਧੱਕਾ ਲਾ ਦਿੰਦੇ ਆ, ਕਹਿੰਦੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀ। ਆਖੋ ਸਤਨਾਮ। ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਬਾਬਾ ਜੀ। ਇਧਰੋਂ ਕਹਿੰਦੇ ਉਹ ਛੱਡਣਾ ਨਹੀਂ ਅੰਨ, ਇੱਥੇ ਕਹਿੰਦੇ ਖਾਏ ਖਾਏ ਕਰੇ ਬਦ। ਕਿੱਧਰ ਜਾਈਏ? ਤੇ ਨਾਲ ਹੀ ਕਹਿੰਦੇ ਮੈਨੂੰ ਸੈਂਟਰ ਚਾਹੀਦਾ, ਸੈਂਟਰ। ਅੰਨ ਛੱਡੇ ਵੀ ਨਾ, ਹੱਦੋਂ ਵੱਧ ਵੈਰਾਈਟੀਆਂ 'ਚ ਵੀ ਨਾ ਪੈ ਜੇ। ਕੀ ਕਰੇ? ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਸਮੇਂ ਥੋੜਾ ਹੀ ਖਾਵੇ। ਅੱਜ ਕੇ ਭੈਣੋ
ਹਉ ਤਿਸ ਕੋਲ ਕੁਮਾਇਆ ਹਉ ਤਿਸ ਕੋਲ ਕੁਮਾਇਆ ਹਉ ਤਿਸ ਥੋੜਾ ਸਮੇਂ ਥੋੜਾ ਹੀ ਖਾਵੇ ਥੋੜਾ ਸਮੇਂ ਥੋੜਾ ਹੀ ਖਾਵੇ ਥੋੜਾ ਇਸੇ ਤਰ੍ਹਾਂ ਜਿਹੜਾ ਤੁਹਾਡੇ ਚੋਂ ਬਹੁਤ ਜ਼ਿਆਦਾ ਖਰਚੇ ਕਰਦਾ ਹੈ, ਮਾਰੇ ਕਹਿੰਦੇ ਨਹੀਂ, ਇਹ ਵੀ ਨਹੀਂ। ਤੁਸੀਂ ਕਹੋ ਵੀ ਬਾਬਾ ਜੀ ਖਰਚਿਆਂ ਤੋਂ ਰੋਕਦੇ ਆ ਤੇ ਹੁਣ ਕੰਜੂਸੀ ਕਰੀਏ, ਬਿਲਕੁਲ ਕਹਿੰਦੇ ਬਹੁਤੀ ਕੰਜੂਸੀ ਵੀ ਨਹੀਂ। ਆਖੋ ਸਤਨਾਮ, ਉਹ ਵੀ ਨਹੀਂ ਪਰਵਾਹ। ਤੀਜਾ ਮਾਰਗ ਦਮੜਾ ਤੇ ਸੀਕਾ ਜੋ ਖਰਚੇ ਅਰ ਖਾਏ ਦੇਵੇ ਦਿਲਾਵੇ ਰਜਾਏ ਖੁਦਾਏ 40 ਗੰਜ ਜੋੜੇ न ਰੱਖਿਓ ਈਮਾਨ ਦੇਖੋ ਰੇ ਕਾਰੂ ਜੋ ਹੋਤਾ ਭਾਈ। ਗੁਰੂ ਘਰ ਵਿੱਚ ਹੱਦੋਂ ਵੱਧ ਖਰਚੇ ਐਸ਼ ਪ੍ਰਸਤੀ ਵਧਾਣੀ ਵੀ ਮਨਾ, ਕੰਜੂਸੀ ਵੀ ਮਨਾ। ਸੈਂਟਰ ਆਖੋ ਸਤਨਾਮ। 8ਵੀਂ ਨਿਸ਼ਾਨੀ ਦੁੱਖਾਂ 'ਚ ਕਲਪਦਾ ਨਹੀਂ, ਸੁੱਖਾਂ 'ਚ ਉਛਲਦਾ ਨਹੀਂ। ਇਹ ਮੈਂ ਤੁਹਾਡੇ ਅੰਮ੍ਰਿਤਸਰ ਦੇ 2 ਚਾਂਸ ਅੱਖਾਂ ਨਾਲ ਵੇਖਿਆ। ਇੱਕ ਬੀਬੀ ਦੇ ਪਤੀ ਚੜ੍ਹਾਈ ਕਰ ਗਏ ਸੀ, 55 ਸਾਲ ਦੇ ਸੀ। ਮੈਂ ਬਾਬਾ ਜੀ ਦੀ ਹਜ਼ੂਰੀ 'ਚ ਕਹਿ ਰਿਹਾ, ਆਪਣੇ ਵਾਲ ਪੁੱਟਣੇ ਸ਼ੁਰੂ ਹੋ ਗਏ, ਖਾਣਾ ਪੀਣਾ ਬੰਦ ਹੋ ਗਿਆ, ਰੋਣੇ ਧੋਣੇ, ਜਿੰਨੇ ਅਫਸੋਸ ਕਰਨਾ ਨਾ ਤਾਵਾ ਮਾਰ ਕੇ ਤੇਰੇ ਨਾਲ ਰੱਬ ਨੇ ਕੀ ਕਰਦੀ ਕਹਿਣੋਂ ਪਰੇ। ਦੁੱਖ ਹੈ, ਦੁੱਖ ਹੈ, ਪਰ ਆ ਮਨ ਹੈ ਇਸ ਤਰ੍ਹਾਂ ਨਹੀਂ, ਇਤਨੀ ਕਲਪਨਾ। ਮੈਂ ਬਾਬਾ ਜੀ ਹਜ਼ੂਰੀ ਕਹਿ ਰਿਹਾ, ਉਹਦਾ ਬੇਟਾ ਮੇਰੇ ਕੋਲ ਆਇਆ ਸੀ। ਉਹ ਕਹਿੰਦਾ ਵੀ ਇੱਕ ਤੇ ਮੇਰੇ ਪਿਤਾ ਜੀ ਚਲੇ ਗਏ 55 ਸਾਲ ਦੇ, ਇੱਕ ਮੈਂ ਮਾਂ ਨੂੰ ਕਿੱਥੋਂ ਸੰਭਾਲਾਂ, ਉਹਦੇ ਵਾਲ ਖੁੱਲੇ, ਤੇਲ ਲਾਣਾ ਖਤਮ, ਮੌਤ ਤੋਂ 7-8 ਦਿਨ 10 ਦਿਨ ਬੀਤ ਵੀ ਗਏ, ਖਾਣੇ ਪੀਣੇ ਬੰਦ, ਸਿਹਤਾਂ ਆਦੀਆਂ ਰਹਿ ਗਈਆਂ, ਅੱਖਾਂ ਸੁੱਜੀਆਂ। ਆ ਗੁਰਮਤ ਨਹੀਂ, ਮਤ ਮੈਂ ਪਿੱਛੇ ਕੋਈ ਰੋਜ਼ ਸੀ। ਇਹ ਮੈਂ ਮਹਾਰਾਜ ਹਜ਼ੂਰੀ ਕਹਿੰਦਾ, ਉਹਦਾ ਬੇਟਾ ਆਇਆ ਸੀ ਤੇ ਮੈਨੂੰ ਇੱਕ ਆਵਾਜ਼ੇ ਕਰਕੇ ਜਾਣਾ ਪਿਆ ਸੀ। ਉਸ ਬੀਬੀ ਨੂੰ ਫਿਰ ਨਿੱਕੀ ਜੀ ਦਲੀਲ ਦਿੱਤੀ ਸੀ, ਮੈਂ ਕਿਉਂ ਰੋ ਰਹੇ ਹੋ? ਕਹਿੰਦੀ ਮੇਰਾ ਪਤੀ 80 ਦਾ ਹੋ ਕੇ ਕਿਉਂ ਨਹੀਂ ਗਿਆ, 55 'ਚ ਕਿਉਂ ਚਲਾ ਗਿਆ? ਜਿਹਨੂੰ ਉਹਨੂੰ ਥੋੜੀ ਜਿਹੀ ਬੇਨਤੀ ਕੀਤੀ, ਮੈਂ ਕਿਹਾ ਦੂਜੇ ਪਾਤਸ਼ਾਹ ਚੋਲਾ ਬਦਲਿਆ ਉਮਰ 50 ਦੇ ਕੋਲ, ਚੌਥੇ ਪਾਤਸ਼ਾਹ ਚੋਲਾ ਬਦਲਿਆ 50 ਦੇ ਕੋਲ, 5ਵੇਂ ਪਾਤਸ਼ਾਹ 50 ਦੇ ਕੋਲ, 6ਵੇਂ ਪਾਤਸ਼ਾਹ 50 ਦੇ ਕੋਲ, 7ਵੇਂ ਪਾਤਸ਼ਾਹ 50 ਦੇ ਕੋਲ, 8ਵੇਂ ਪਾਤਸ਼ਾਹ ਬਾਲ ਅਵਸਥਾ, 10ਵੇਂ ਪਾਤਸ਼ਾਹ 42 ਸਾਲ, ਤੇਰਾ ਤੇ 55 ਸਾਲ। ਇਹ ਮੈਂ ਮਹਾਰਾਜ ਹਜ਼ੂਰੀ ਕਹਿੰਦਾ, ਉਸ ਗਿਆਨ ਨਾਲ ਉਹਦਾ ਮਨ, ਇਹ ਮੇਰੇ ਨਾਲ ਨਹੀਂ ਤੇ ਗੁਰੂ ਸਾਹਿਬ ਨੇ ਆਪਣੇ ਤੇ ਟਾਲਿਆ। ਔਰ ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ ਜੇ, ਇੱਕ ਅੰਮ੍ਰਿਤਸਰ ਦਾ ਚਾਂਸ ਮੈਂ ਅੱਖਾਂ ਨਾਲ ਵੇਖਿਆ। ਉਹ ਕੋਈ 42-43 ਸਾਲ ਦਾ ਆਦਮੀ ਸੀ। ਉਸ ਬੀਬੀ ਦਾ ਘਰ ਵਾਲਾ ਚੜ੍ਹਾਈ ਕਰ ਗਿਆ। ਓਹੋ ਕੋਈ ਰੋਣੇ ਧੋਣੇ ਨਹੀਂ, ਵਿਰਾਗ ਹੈ ਪਰ ਉਹ ਨਹੀਂ ਵਿਵਾਲ ਖਲੇਰ ਲਿਓ ਕਰ ਲਿਆ। ਸਮਝਣਾ ਅਸੀਂ ਕੋਈ ਦਮ ਨਹੀਂ। 8ਵੀਂ ਨਿਸ਼ਾਨੀ ਦੁੱਖਾਂ ਵਿੱਚ ਕਲਪਨਾ, ਸੁੱਖਾਂ 'ਚ ਉਛਲਣਾ, ਇਹ ਕਿਤੇ ਸਮਝ ਆ ਜੇ ਬਾਤ। ਉਹ ਖੰਡ ਕੀਰਤਨੀ ਜਥੇ ਦੀ ਬੀਬੀ ਸੀ, ਜਿਹੜਾ ਮੈਂ ਦੂਜਾ ਚਾਂਸ ਸੁਣਾ ਰਿਹਾ। ਔਰ ਮੈਂ ਆਪ ਸਾਧ ਸੰਗਤ, ਉਸ ਬੀਬੀ ਦਾ ਹੌਸਲਾ, 40-42 ਸਾਲ ਦੇ ਪਤੀ ਦੀ ਡੈਥ ਹੋਈ ਸੀ, ਪਰ ਐਡਾ ਟਿਕਾਓ ਕਿ ਕਿਰਿਆ ਵੇਲੇ ਉਹਨੇ ਆਪ ਵਾਜਾ ਲੈ ਕੇ ਸ਼ਬਦ ਬੋਲਿਆ ਸੀ,
ਭਾਈ ਵੀਰ ਸਿੰਘ ਹਾਲ ਵਿਖੇ ਆਪਣੇ ਸਤਿਗੁਰੂ ਨੂੰ ਬੇਨਤੀਆਂ ਕੀਤੀਆਂ। ਮੈਂ ਉਸ ਵੇਲੇ ਨਮਸਕਾਰ ਕੀਤੀ, ਮੈਂ ਕਿਹਾ ਇਹ ਬੀਬੀ 'ਚ 8ਵੀਂ ਨਿਸ਼ਾਨੀ ਦਰਸ਼ਨ ਦੇ ਰਹੀ ਹੈ, ਆਖੋ ਸਤਿਨਾਮ। ਪਰ ਜਿੱਥੇ 8ਵੀਂ ਨਿਸ਼ਾਨੀ ਨਹੀਂ, ਦੁੱਖਾਂ 'ਚ ਕਲਪਣੇ ਰੋਣੇ, ਸੁੱਖਾਂ 'ਚ ਉਛਲਣਾ। ਔਰ ਇਸ ਵਿਸ਼ੇ ਦੀ ਅੱਜ ਬਹੁਤ ਲੋੜ ਹੈ ਪ੍ਰਚਾਰ ਦੀ, ਕਿਉਂਕਿ ਇਹਨੂੰ ਫੀਲ ਨਾ ਕਰਿਓ, ਸੁੱਖਾਂ 'ਚ ਉਛਲਣਾ ਥੋੜਾ ਜ਼ਿਆਦਾ ਹੀ ਵੱਧ ਗਿਆ, ਆਖੋ ਸਤਿਨਾਮ, ਜ਼ਿਆਦਾ ਹੀ ਵੱਧ ਗਿਆ। ਤੁਹਾਡੀ ਬੱਚੀ ਦਾ ਵਿਆਹ ਹੈ, ਬੇਟੇ ਦਾ ਵਿਆਹ ਹੈ, ਇਹੋ ਜਿਹਾ ਇਨਕਲਾਬ ਲਿਆਓ ਕਿਤੇ 13 ਵਿਧਵਾ ਬੀਬੀਆਂ ਦੇ ਘਰ ਹੈਂਡ ਪੰਪ ਲਵਾ ਦਿਓ, ਤੁਹਾਡੀ ਗੁਰੂ ਗੋਬਿੰਦ ਸਿੰਘ ਦੀ ਦਰਗਾਹ 'ਚ ਹਾਜ਼ਰੀ ਲੱਗ ਜਾਏਗੀ। ਅਸੀਂ 3-3, 4-4, 5-5 ਲੱਖ ਪਾਰਟੀਆਂ ਤੇ ਫਾਲਤੂ। ਆਪਾਂ ਇਹ ਨਹੀਂ ਕਹਿੰਦੇ, ਲੇਕਿਨ ਜਿੱਥੋਂ ਤੱਕ ਹੋ ਸਕੇ ਇਹ ਬਚਨ ਜਿਹੜਾ ਅੱਜ ਸੁਣ ਰਹੇ ਹੋ, ਸਾਡਾ ਆਨੰਦ ਸੰਸਕਾਰ ਜਿਹੜਾ ਹਿੱਲ ਗਿਆ ਹੈ, ਉਹਦੇ ਵਿੱਚ ਵੱਧ ਤੋਂ ਵੱਧ ਸਾਧ ਸੰਗਤ ਕੁਝ ਸਾਦਗੀ ਲਿਆਉਣ ਦੀ ਲੋੜ ਹੈ, ਆਖੋ ਸਤਿਨਾਮ, ਲੋੜ ਹੈ। ਤੁਸੀਂ ਮੈਂ ਅੱਗੇ ਵੀ ਵਚਨ ਸੁਣਿਆ, ਪੁੱਛੋ ਮੰਡੀ ਬਾਬਾ ਨੰਦ ਸਿੰਘ ਜੀ ਦੇ ਮੁਰਸ਼ਦ ਬਾਬਾ ਹਰਨਾਮ ਸਿੰਘ ਜੀ, ਆਖੋ ਸਤਿਨਾਮ। ਪੁੱਛੋ ਮੰਡੀ ਦੇ ਭਾਈ ਕੇਰ ਸਿੰਘ ਹਫ਼ਤੇ 3-4 ਵਾਰੀ ਆਣਾ ਦਰਸ਼ਨ ਕਰਨ। ਉਹਨਾਂ ਦੇ ਬੇਟੇ ਦਾ ਵਿਆਹ ਸੀ, ਕਿਸੇ ਸੇਵਾਦਾਰ ਨੇ ਦੱਸਤਾ ਵੀ ਬਾਬਾ ਜੀ ਇਹਨਾਂ ਨੇ ਨੱਚਣ ਵਾਲੀ ਬੁੱਕ ਕੀਤੀ ਹੈ, ਨੱਚਣ ਵਾਲੀ, ਗਾਉਣ ਵਾਲੀ, ਸਮਝ ਲੈਣਾ ਗਾਉਣ ਵਾਲੀ, ਜੋ ਕੁਝ ਕੱਚੀਆਂ ਬਾਤਾਂ। 2 ਮਹੀਨੇ ਵਿਆਹ ਨੂੰ ਸੀ, ਲਿਖਿਆ ਸਾਖੀ। ਤੇ ਬਾਬਾ ਹਰਨਾਮ ਸਿੰਘ ਜੀ ਪੁੱਛੋ ਮੰਡੀ ਵਾਲਿਆਂ ਨੇ, ਉਹ ਕੇਰ ਸਿੰਘ ਪੁੱਛੋ ਮੰਡੀ ਦੇ ਇੱਕ ਹੈਡ ਰਾਗੀ ਹੋਏ ਨੇ, ਨਾਨਕਸਰ ਭਾਈ ਕੇਰ ਸਿੰਘ, ਉਹ ਬਖਸ਼ੀ ਆਤਮਾ। ਇਹ ਕੇਰ ਸਿੰਘ ਪੁੱਛੋ ਮੰਡੀ ਦੇ ਗ੍ਰਸਤੀ। ਬਾਬਾ ਜੀ ਨੇ ਬੁਲਾਇਆ, ਬਾਬਾ ਜੀ ਕਹਿੰਦੇ ਵੀ 2 ਮਹੀਨੇ ਤੱਕ ਵਿਆਹ ਬੇਟੇ ਦਾ। ਹਾਂਜੀ। ਬਾਬਾ ਹਰਨਾਮ ਸਿੰਘ ਜੀ ਕਹਿੰਦੇ ਅਸੀਂ ਸੁਣਿਆ ਤੂੰ ਨੱਚਣ ਵਾਲੀ ਬੁੱਕ ਕੀਤੀ, ਗਾਉਣ ਵਾਲੀ ਨੱਚਣ। ਆ ਜਿਹੜੇ ਥੋੜਾ ਆਪਾਂ ਵੇਖ ਲੈਣਾ ਵੀ ਥੋੜਾ ਜਿਹਾ ਲਿਆਓ ਇਨਕਲਾਬ। ਤੁਸੀਂ ਵੀ ਜੇ ਸਭ ਸਰੀਰ ਇਕੱਠਾ ਕੀਤਾ ਹੈ ਕੋਈ ਕਿਸੇ ਰੂਪ ਵਿੱਚ, ਤੇ ਕਿਤੇ ਉੱਥੇ ਗੁਰੂ ਨਾਨਕ ਦੇ ਗੀਤ ਹੀ ਲੱਗੇ ਹੋਣ, ਆਖੋ ਸਤਿਨਾਮ। ਆ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਪੰਕਤੀ ਸੁਣ ਲਓ, ਤੁਹਾਡੀ ਤਸੱਲੀ ਹੋ ਜਾਏ ਵੀ ਇਹ ਮੈਂ ਦਾਸ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਆ। ਨੱਚੀਏ ਟੱਪੀਏ ਭਗਤ ਨਾ ਹੋਏ, ਨੱਚੀਏ ਟੱਪੀਏ ਭਗਤ ਨਾ ਹੋਏ, ਨੱਚੀਏ ਟੱਪੀਏ ਭਗਤ ਨਾ ਹੋਏ, ਨੱਚੀਏ ਟੱਪੀਏ ਭਗਤ ਨਾ ਹੋਏ। ਬੋਲੋ ਭੈਣੋ, ਨੱਚੀਏ ਟੱਪੀਏ। ਉਹ ਨੱਚੀਏ ਟੱਪੀਏ ਭਗਤ ਨਾ ਹੋਏ, ਨੱਚੀਏ ਟੱਪੀਏ ਭੈਣੋ ਗਾਈ ਕੇ। ਨੱਚੀਏ ਟੱਪੀਏ ਭਗਤ ਨਾ ਹੋਏ, ਸ਼ਬਦ ਮਰੇ, ਸ਼ਬਦ ਮਰੇ ਭਗਤ ਪਾਏ ਜਨ ਸੋਏ, ਸ਼ਬਦ ਮਰੇ ਭਗਤ ਪਾਏ ਜਨ ਸੋਏ। ਨੱਚੀਏ ਟੱਪੀਏ, ਕੋਈ ਗੱਲ ਤੁਹਾਡੇ ਹਿਰਦੇ ਨੂੰ ਵੱਜ ਜੇ, ਆਪਣੇ ਬੱਚਿਆਂ ਦੇ ਵਿਆਹਾਂ ਵਿੱਚ, ਸਗਨਾਂ ਵਿੱਚ, ਪਾਰਟੀਆਂ ਵਿੱਚ ਗੁਰਮਤ ਲਿਆਈਏ, ਇਹਨਾਂ ਨਾਲ ਉਛਲੀਏ। ਮੈਂ ਕੀ ਦੱਸਾਂ,
मैं गुरु की हजूरी कहना, कईयां दे घरां च दास असी 40 ਲੱਖ की कोठी ਲਈ है जी, कीर्तन करो। सवेर वेले असी कीर्तन करके आए हैं, रात को शराब दियां पार्टियां कोठी च होई है। आ नहीं गुरु चाहता। कोठी दे सुख विच आ उछलेगा, आ पार्टियां दे, आ दुनिया का हाल है। अगे तुसीं सुनदे हो 3 तरह के बंदे दुनिया च नज़र आउणगे। एक ओ जिहड़ा कोई शुकराना होवे गुरु वल, एक ओ गुरु का शुकराना है ही नहीं। पर आ गिणती वधी पई है, तेरा शुकराना भी करांगे, दूजा काम भी करांगे। आखो सतनाम। आ बड़ी गिणती वधी पई। इहो जिहा ना उछल, जिस उछलन विच है तेरी बेटी का विआह है, पुत्र का विआह है। सिंह साहबां ते कीर्तनियां नूं कहना बच्चे बच्ची नूं सीस दिओ, ते कई जानवरां दे हज़ारां बच्चे जेड़े मार दिते जांदे। आखो सतनाम। इहो जिहा ना उछल। आ कई वारी एक दी सट तुसीं सुनिया, नचीए टप्पीए भगत ना होए, शब्द मरे भगत पाए जन सोए। आ एक पंक्ति होर सुन लो, क्योंकि ये ना कहना भी ये कोई भाई गुरगोपाल सिंह विचार कर रहे। गुरु ग्रंथ साहब का आशा है, शायद अज कोई 10-12 भी अपने लिए कोई इनकलाब लै गए भी आपां असी अपने विआहां दे विच गुरमत नूं नाल कायम रखना है। क्या एक पंक्ति और सुन लियो जी। नच नच टप्पे बहुत दुख पावे, नच नच टप्पे बहुत दुख पावे, नच नच टप्पे बहुत दुख पावे, नच नच टप्पे बहुत दुख पावे। बोलो भैणो, नच नच टप्पे। आहा ओ नच नच टप्पे बहुत दुख पावे, नच नच टप्पे बहुत दुख पावे, नच नच भगत करे मूर्ख आप जनाए, अपनी भगती नूं जनावे मूर्ख है। नच नच टप्पे बहुत दुख पावे, नच नच टप्पे बहुत दुख पावे, नच नच टप्पे बहुत दुख। गज के आखो सतनाम। जिक्र पूरा करना, बाबा नंद सिंह की कमाई नहीं मान, बाबा कुंदन सिंह की कमाई नहीं मान, उन्होंने मुरशद बाबा ईश्वर सिंह की उन्होंने कमाई नहीं मान, उन्होंने मुरशद बाबा नंद सिंह की, बाबा नंद सिंह की कमाई नहीं मान, उन्होंने मुरशद बाबा हरनाम सिंह जी। केर सिंह नूं बुलाया, 2 महीने नूं होया तेरे बेटे का। हाँ जी, सानू पता लगा तू नचण वाली बुक की थी। हाँ जी बाबा। बाबा जी कहते मना कर दे, आपां सुखां विच उछलना नहीं। ऐ जे विशाज कहंदा बाबा जी बच्चियां ने कीती। आखो सतनाम। मना कर दे भाई, तेरे बेटे दे विआह ते नच्चण वाली नचेगी, गाएगी गलत, उंगल साडे वल होएगी। संगत जी विआह दा दिन आ गया, वो नच्चण वाली आ गई।
किसी संगी ने आके कहता बाबा हरनाम सिंह जी को, बाबा जी ने मना नहीं किया। बाबा जी वीर रस कहते बुलाओ लो, माण होंदा संगी ते। जदों बुलाया बाबा जी कहते भी तेनों आखिया सी मना कर दे, तू संगी है। संगी नूं एक एक कदम सोच के पुटना पैंदा है। जे संगी गलत कदम पुट लवे ते साध संगत उंगल जेड़ी है गुरु वाल हो जाती है। आखो सतनाम। ये तुसीं बहुत ध्यान रखा, बहुत जरूरी। बाबा हरनाम सिंह जी पुचो मंडी वालियां ने बुलाया, कहते तेनों क्या सी मना कर दे। बाबा जी बच्चे नहीं मन्ने। ओ भाई तू संगी है, वो गाएगी नचेगी उंगल साडे हल होएगी। वेखो जी उत्थे जांदा सी, मना कर। पता भी सी कमाई है। जदों आऊँ 7 भजन किया तुरन लगा, बाबा जी कहते मर्यादा सुन लै। मर्यादा बहुत दसदे सी। ये हुक्म बाबा हरनाम सिंह जी कहते जिहड़ी नच्चण वाली बुलाई है मना बाद च करना है। सुनियो सिक्खी, कहते मना उन्होंने बाद च करना है। जिन्ने पैसे कीते पहले पैसे तली ते धरने ने, बाद च मना करना है। सानू ओहदे नाल नफरत नहीं, सानू मन मत नाल नफरत है। गौर करियो, महापुर दा हिरदा कोई किसी गाण नच्चण वाले नाल नफरत नहीं होती, मन मत नाल नफरत। पहले जिन्नी माया की उन्होंने देनी है। उन्हें फिर जिन्नी माया की सी उस समय विच उस नच्चण गाउण वाली बीबी दी तली ते धरी ते की आख्या भी असी गवाउणा भी नहीं नचाउणा भी नहीं। सानू महापुरुषां ने मना किया, ए जिन्नी तेरे नाल माया की लै लै। वो बीबी रो पई नच्चण वाली। कहते वो बीबी दे लफज लिखे है कि लोग मेरे कोलों नचा लेंदे है, लोग मेरे को गवा लेंदे हैं, तां भी मेरी माया नहीं देंदे। तुसी किहो जे हो, बिना कम कराया मेरी माया दे रहे हो। अगों ओ केर सिंह कहंदे ए जिन्हां महापुरुषां दी असी संगत करदे हां उन्हां दा हुक्म है पहले जिन्नी माया कीती ओ देनी है, बाद च मना करना। आखो सतनाम। गुरमत हुण गल अगे वखरा मसला वखरा सबजैक्ट हो जाता, पर मैं पूरा कर ला। वो नच्चण वाली दे मन च आ गया ते भाई केरसू नूं कहंदी मैनू भी उन्हां महापुरुषां दे दर्शन करा दे। वो कहंदा भी अज ते हुण विआह दा रजे, मैं कल 10 बजे आ जा, मैं लै जा। वो अगले दिन 10 बजे आई। भाई केर सिंह जी ने उस बीबी नूं लैके गए अंदर। जो कमरे च गया जी बाबा जी वो नच्चण वाली आप जी दे दर्शन करन आई है। इत्थे क्यों लै जी? वो दर्शनां नूं लोचदी सी, बड़ी प्रभावित हुई। लोकी मैनूं नचा के भी नहीं देंदे। हुण इत्थे मैं लफज सुन के हैरान हो गया। बाबा हरनाम सिंह जी दा सेवक सी नीला, और कमाई इन्नी सी कि सेवक दा 101 पाठ जपजी साहिब रोज दा नितनेम सी नीले दा। वो लफज सुनियो, बाबा जी ने अंदरों आवाज दी नीलिया। भाई केर सिंह अंदर ने, वो बीबी बाहर है नच्चण वाली। अंदरों आवाज दी बाबा हरनाम सिंह नीलिया नीलिया। लफज सुनियो, नीलिया बाहर देवी आई है। हाय हाय देखो, नीलिया बाहर देवी आई है। हाथ पैर मुख धुआ के अंदर ले आ। गज के आखो सतनाम। ये शर्म होती है, ये मैं फिर किसी वेले करांगा। हर चीज़ की पहले शरा। वो जो इन्ने लफज कहे ना बाहर देवी आई है, उन्हें सुन ली, मन में नहीं आ गया। उस बीबी ने पैर धोते, हाथ धोते, मुख धोता,
ਸ਼ਰ੍ਹਾ ਕਰਾਈ ਗਈ ਤੇ ਜਦੋਂ ਅੰਦਰ ਲਿਆਂਦਾ ਤੇ ਬਾਬਾ ਮਾਰ ਨਾਮ ਸਿੰਘ ਦੇ ਆਉਂ ਜ਼ਮੀਨ ਨਾਲ ਹੱਥ, ਕਹਿੰਦੇ ਦੇਵੀ ਬਹਿ ਜਾ, ਆਖੋ ਸਤਨਾਮ। ਵਿਰਾਗ ਆ ਗਿਆ, ਉਸ ਬੀਬੀ ਨੂੰ ਵਿਰਾਗ ਆ ਗਿਆ। ਮਹਾਂਪੁਰਸ਼ੋ, ਮੈਂ ਇੱਕ ਨੱਚਣ ਵਾਲੀ, ਇੱਕ ਗਾਉਣ ਵਾਲੀ, ਜਦੋਂ ਨੱਚਦੀਆਂ ਗਾਉਂਦੀਆਂ ਮੈਨੂੰ ਲੋਕ ਪਤਾ ਨਹੀਂ ਕਿਹੜੀ ਨਿਗਾਹ ਨਾਲ ਵੇਖਦੇ ਨੇ। ਅੱਜ ਪਹਿਲਾ ਦਿਨ ਨੇ ਇੱਕ ਮਹਾਂਪੁਰਸ਼ ਦੇ ਮੁਖ ਚੋਂ ਮੇਰੇ ਵਾਸਤੇ ਦੇਵੀ ਲਫ਼ਜ਼ ਨਿਕਲਿਆ। ਸਤਿ ਸ੍ਰੀ ਅਕਾਲ। ਮੈਂ ਗੱਲ ਛੋਟੀ ਕਰਾਂ ਵੀ ਅੱਜ ਦਾ ਵਿਸ਼ਾ, ਇਹ ਗੱਲ ਪੂਰੀ ਕਰਨ ਲਈ ਕਰਨਾ ਪੈ ਰਿਹਾ। ਬਾਬਾ ਜੀ ਨੇ ਉਸ ਕਿਹਾ ਦੇਵੀ ਨਾਮ ਜਪਿਆ ਕਰ, ਇਧਰ ਵੀ ਜੀਵਨ ਲਾ। ਜਗਤ ਮੈਂ ਝੂਠੀ, ਜਿਨ੍ਹਾਂ ਨੂੰ ਤੂੰ ਖੁਸ਼ ਕਰ ਰਹੀ ਹੈ ਇਹਨਾਂ ਕਿਸੇ ਨੇ ਸਾਥ ਨਹੀਂ ਦੇਣਾ। ਕੋਈ ਜਾਣੇ ਕਮਨੀਆਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ, ਤਾਂ ਕੀ ਨਿਰਮਲ ਨੀ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਆਖੋ ਸਤਨਾਮ। ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, पूर्व जन्म के मिले संजोगी, अंते को न सखाई, आखो सतनाम। ਉਹ ਸਮਾਂ ਲਿਖਿਆ, ਕਹਿੰਦੇ ਜਿੰਨੀ ਅੰਦਰ ਮੈਲ ਸੀ ਨਾ ਉਹਦੇ ਨੱਚਣ ਵਾਲੀ ਦੇ, ਅੱਖਾਂ ਦੇ ਅਥਰੂਆਂ ਰਾਹੀਂ ਜਿਵੇਂ ਮੈਲ ਬਾਹਰ ਆ ਗਈ ਤੇ ਮਨ ਸ਼ੀਸ਼ਾ ਹੋ ਗਿਆ। ਕਹਿੰਦੇ ਆਸਣ ਤੋਂ ਬਾਬਾ ਰਾਮ ਸਿੰਘ ਨੇ ਸਿਮਰਨਾ ਦਿੱਤਾ ਤੇ ਅੱਲਾ ਨੂੰ ਜਪਣ ਵਾਲੀ ਸੀ ਉਹ, ਆਉਂ ਸਿਮਰਨਾ ਉਹਦੀ ਝੋਲੀ 'ਚ ਪਾਇਆ ਤੇ ਕਹਿਣ ਲੱਗੇ 2.5 ਘੰਟੇ ਅੱਲਾ ਦਾ ਨਾਮ ਜਪਿਆ ਕਰ। ਇਹ ਪੜ੍ਹਿਓ ਸਾਖੀ। ਉਹ ਬੀਬੀ ਇੰਨੀ ਲਿਵ ਲੱਗ ਗਈ, ਨੱਚਣਾ ਗਾਣਾ ਬੰਦ ਹੋ ਗਿਆ, ਇੰਨੀ ਬੰਦਗੀ ਦਾ ਸ਼ੌਂਕ ਪੈ ਗਿਆ ਕਿ ਹਰ ਹਫ਼ਤੇ ਬਾਬਾ ਜੀ ਦੇ ਦਰਸ਼ਨ ਕਰਨ ਆਉਣਾ ਇੱਕ ਬੰਦਗੀ ਵਾਲੀ ਰੂਹ ਗੱਜ ਕੇ ਆਖੋ ਸਤਨਾਮ ਬਣ ਗਈ। ਮੈਂ ਇੱਕ ਸੰਗਤ ਨੂੰ ਬੇਨਤੀ ਕਰਨੀ ਚਾਹ ਰਿਹਾ ਕਿ ਮੁੰਡੇ ਦਾ ਵਿਆਹ ਹੀ ਸੀ ਨਾ, ਕਿੱਡੇ ਵੱਡੇ ਮਹਾਂਪੁਰਸ਼ਾਂ ਨੇ ਵੀ ਆਖਿਆ ਸੁੱਖਾਂ ਵਿੱਚ ਉਛਲਣਾ ਨਹੀਂ, ਗੁਰਮਤ ਨੂੰ ਕਾਇਮ ਰੱਖਣਾ, ਆਖੋ ਸਤਨਾਮ। ਇਹ ਅੱਜ ਦੇ ਵਿਸ਼ੇ ਨੂੰ ਸਮਝੋ, ਕਿਉਂਕਿ ਅੱਜ ਕੱਲ੍ਹ ਉਛਲਣਾ ਬਹੁਤ ਹੋਇਆ ਪਿਆ। ਮਾਇਆ ਕਰਕੇ, ਸ਼ਰਾਬ ਕਰਕੇ, ਮਾਸ ਕਰਕੇ, ਕਬਾਬ ਕਰਕੇ, ਫਿਰ ਫਜ਼ੂਲ ਦੇ ਖਰਚੇ ਕਰਕੇ, ਗਲਤ ਚੀਜ਼ਾਂ ਲਾ ਕੇ। ਇਹ ਤਾਂ ਬਾਣੀ 'ਚ ਕਿਉਂ ਲਿਖਿਆ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲਾ ਜਾਏ। ਆ ਗੁਰਸਿੱਖ ਦੀ 8ਵੀਂ ਨਿਸ਼ਾਨੀ, ਦੁੱਖਾਂ ਵਿੱਚ ਕਲਪਦਾ ਨਹੀਂ, ਸੁੱਖਾਂ ਵਿੱਚ ਉਛਲਦਾ ਨਹੀਂ, ਸੈਂਟਰ ਰੱਖਦਾ, ਆਖੋ ਸਤਨਾਮ। ਅਜੇ ਵੀ ਕਿਸੇ ਦੇ ਪਕੜ 'ਚ ਨਾ ਆਈ ਹੋਵੇ ਗੱਲ। ਮੈਂ ਇੱਕ ਗਾਥਾ ਸੁਣੀ ਸੀ ਮਹਾਂਪੁਰਸ਼ਾਂ। ਕੋਈ ਰਾਜਾ ਸੀ ਤੇ ਉਹਨੂੰ ਮਹਾਂਪੁਰਸ਼ ਮਿਲੇ ਤੇ ਉਹ ਰਾਜੇ ਨੇ ਨਾ ਸੇਵਾ ਬੜੀ ਕੀਤੀ ਤੇ ਮਹਾਂਪੁਰਸ਼ਾਂ ਨੇ ਨਾ ਉਹਨੂੰ ਇੱਕ ਮੁੰਦਰੀ ਦਿੱਤੀ। ਕਹਿੰਦੇ ਆ ਮੁੰਦਰੀ ਪਾ ਲੈ ਤੇ ਇਸ ਮੁੰਦਰੀ ਤੇ ਨਾ ਉੱਪਰ ਢੱਕਣ ਹੈ, ਉਹਦੇ 'ਚ ਕੁਝ ਲਿਖਿਆ। ਕਹਿੰਦੇ ਆ ਮੁੰਦਰੀ ਤੈਨੂੰ ਦਿੰਦੇ ਆ, ਤੇਰੇ ਤੇ ਬਹੁਤ ਦੁੱਖ ਆ ਜੇ, ਇਹਨੂੰ ਖੋਲ ਕੇ ਪੜ੍ਹ ਲਈ, ਸ਼ਾਇਦ ਕਿਰਪਾ ਹੋ ਜਾਏ। ਬਹੁਤ ਸੁੱਖਾਂ ਦਾ ਸਮਾਂ ਆ ਜੇ ਤਾਂ ਵੀ ਖੋਲ ਕੇ ਪੜ੍ਹ ਲਈ। ਉਹਨੇ ਮੁੰਦਰੀ ਪਾ ਛੱਡੀ, ਬੀਤ ਗਈਆਂ 10 ਸਾਲ ਬੀਤ ਗਏ, ਨਾ ਕਦੀ ਖੋਲਿਆ ਨਾ ਪੜ੍ਹਿਆ। ਇਹ ਸਮਝਾਉਣ ਲਈ ਗਾਥਾ ਹੈ। ਕਹਿੰਦੇ 10 ਸਾਲ ਬਾਅਦ ਦੂਜੇ ਗੁਆਂਢੀ ਰਾਜੇ ਨੇ ਹਮਲਾ ਕੀਤਾ, ਹਾਰ ਗਿਆ, ਸਭ ਰਾਜ ਭਾਗ ਗਿਆ, ਸਭ ਕੁਝ ਗਿਆ, ਸਭ ਕੁਝ ਖਤਮ, ਤੇ ਕੱਲਾ ਹੀ ਜੰਗਲਾਂ 'ਚ ਭਟਕਦਾ ਪਿਆ। ਕੋਈ ਘੋੜਾ ਨਹੀਂ, ਕੋਈ ਹਾਥੀ ਨਹੀਂ, ਫੌਜਾਂ ਨਹੀਂ, ਹਾਰ ਗਿਆ, ਆਪ ਜੰਗਲਾਂ ਨੂੰ ਭੱਜ ਗਿਆ। ਤੇ ਜਦੋਂ ਜੰਗਲ ਨੂੰ ਜਾ ਰਿਹਾ ਨਾ ਤੇ ਕਹਿੰਦਾ ਕੁਝ ਵੀ ਨਹੀਂ ਰਿਹਾ, ਫੌਜਾਂ ਵੀ ਨਹੀਂ ਰਹੀਆਂ, ਘੋੜੇ ਵੀ ਨਹੀਂ ਰਹੇ, ਪਰ ਕਹਿੰਦੇ ਉਹ ਮੁੰਦਰੀ ਹੈਗੀ ਨਾਲ, ਆਖੋ ਸਤਨਾਮ। ਕਹਿੰਦਾ ਮੁੰਦਰੀ ਤੇ ਮਹਾਂਪੁਰਸ਼ਾਂ ਨੇ ਕਿਹਾ ਸੀ ਇਹਨੂੰ ਪੜ੍ਹ ਲਈ, ਤੈਨੂੰ ਕੁਝ ਮਿਲੇਗਾ। ਕਹਿੰਦਾ ਮੈਂ ਪੜ੍ਹਾਂ ਵੀ ਹੁਣ, ਇਸ ਤੋਂ ਹੋਰ ਬਿਪਤਾ ਦਾ ਸਮਾਂ। ਉਹਨਾਂ ਨੇ ਕਿਹਾ ਸੀ ਬਹੁਤ ਬਿਪਤਾ ਆ ਜੇ ਤੇ ਪੜ੍ਹ ਲਈ, ਬਹੁਤ ਖੁਸ਼ੀਆਂ ਆ ਜਾਣ ਤਾਂ ਵੀ ਪੜ੍ਹ ਲਈ।
ਕਹਿੰਦੇ ਜਦੋਂ ਮੁੰਦਰੀ ਖੋਲੀ ਨਾ ਵੀ ਵੇਖਾਂ ਕੀ ਲਿਖਿਆ ਵੀ ਜਿਹਦੇ ਨਾਲ ਹੌਸਲਾ ਹੋ ਜਾਏਗਾ। ਜਦੋਂ ਮੁੰਦਰੀ ਖੋਲੀ ਤੇ ਵਿੱਚ ਕੀ ਲਿਖਿਆ ਸੀ, ਹੁਣ ਸਮਾਂ ਬਣਿਆ ਸੀ ਨਾ ਅਤ ਦੁੱਖ ਦਾ, ਸਭ ਕੁਝ ਚਲਾ ਗਿਆ। ਤੇ ਜਦੋਂ ਮੁੰਦਰੀ ਦੀ ਡੱਬੀ ਖੋਲੀ ਤੇ ਲਿਖਿਆ ਸੀ ਇਹ ਵੀ ਬੀਤ ਜਾਏਗਾ। ਧਿਆਨ ਦੇਣਾ, ਇਹ ਲਫ਼ਜ਼ ਲਿਖਿਆ ਸੀ ਇਹ ਵੀ ਬੀਤ ਜਾਏਗਾ, ਵੀ ਆ ਜੋ ਕੁਝ ਹੋ ਗਿਆ ਘਬਰਾ ਨਾ, ਦੁੱਖ ਸੀ, ਬੜੀ ਫੀਡ ਮਿਲੀ, ਬੀਤ ਜਾਏਗਾ। ਕਹਿੰਦੇ ਮਹੀਨਾ 2 ਮਹੀਨੇ ਬੀਤੇ, ਇੱਕ ਹੋਰ ਰਾਜੇ ਨੇ ਇਹਨੂੰ ਬੁੱਕਲ 'ਚ ਲੈ ਲਿਆ ਹੈ ਜੀ, ਇਹਦੀ ਮਦਦ ਕਰਤੀ। ਜਦੋਂ ਇਹਦੀ ਮਦਦ ਕਰਤੀ ਤੇ ਮਦਦ ਨਾਲ ਇਹਨੂੰ ਦੂਜੇ ਰਾਜੇ ਨੇ ਆਖਿਆ ਆਪਾਂ ਜਿਹੜੇ ਰਾਜੇ ਨੇ ਤੇਰਾ ਰਾਜ ਜਿੱਤਿਆ, ਹਮਲਾ ਕਰਦੇ ਆ, ਮੈਂ ਤੇਰਾ ਸਾਥ ਦੇਣਾ। ਕਹਿੰਦੇ ਜਦੋਂ ਹਮਲਾ ਕੀਤਾ ਤੇ ਉਹ ਰਾਜ ਵਾਪਸ ਜਦੋਂ ਮਿਲ ਗਿਆ, ਉਹ ਸਿੰਘਾਸਨ ਮਿਲ ਗਏ, ਉਹ ਐਸ਼ਪ੍ਰਸਤੀ ਮਿਲ ਗਈ, ਉਹ ਸੁੱਖ ਮਿਲ ਗਏ, ਸਭ ਕੁਝ ਉਸੇ ਤਰ੍ਹਾਂ ਜਿੱਤ ਹੋ ਗਈ। ਤੇ ਕਹਿੰਦਾ ਸੀ ਵੀ ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਜਦੋਂ ਬਹੁਤ ਖੁਸ਼ੀ ਹੋ ਜਾਏ ਤੇ ਉਦੋਂ ਵੀ ਪੜ੍ਹ ਲਈ, ਆ ਸਮਝਣਾ ਜੇ ਬਸ, ਉਦੋਂ ਵੀ ਪੜ੍ਹ ਲਈ। ਤੇ ਪੜ੍ਹਨਾ ਤੇ ਉਹੀ ਸੀ ਕਿ ਬਹੁਤ ਸੁੱਖ ਆ ਗਏ, ਬੜੀਆਂ ਜਿੱਤਾਂ ਹੋ ਗਈਆਂ, ਤੇ ਕੀ ਲਿਖਿਆ ਸੀ ਇਹ ਵੀ ਬੀਤ ਜਾਏਗਾ। ਧਿਆਨ ਦੇਣਾ, ਗਿਆਨ ਹੋ ਗਿਆ। ਆ ਜਿਹੜੀ 8ਵੀਂ ਅਵਸਥਾ, ਬਹੁਤ ਦੁੱਖ ਇਹ ਵੀ ਬੀਤ ਜਾਏਗਾ, ਤੇ ਬਹੁਤੇ ਸੁੱਖਾਂ 'ਚ ਉਛਲਣਾ ਇਹ ਵੀ ਬੀਤ ਜਾਏਗਾ। ਆਖੋ ਸਤਿਨਾਮ। ਇਹ 8ਵੀਂ ਨਿਸ਼ਾਨੀ ਗੁਰਸਿੱਖ ਦੀ, ਦੁੱਖਾਂ ਵਿੱਚ ਕਲਪਦਾ ਨਹੀਂ, ਸੁੱਖਾਂ ਵਿੱਚ ਉਛਲਦਾ ਨਹੀਂ। ਮੇਰੇ ਗੁਰੂ ਬਾਬਾ ਜੀ ਕਿਰਪਾ ਕਰਨ, 4 ਪਦਾਰਥ ਕਮਲ ਪ੍ਰਗਾਸ, 4 ਪਦਾਰਥ ਕਮਲ ਪ੍ਰਗਾਸ, ਸਭ ਕੇ ਮਦ ਸਗਲ ਤੇ ਉਦਾਸ। ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਇਹ 8ਵੀਂ ਨਿਸ਼ਾਨੀ ਵਾਲੀ ਕਿਰਪਾ ਝੋਲੀ 'ਚ ਪਾਉਣ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਜੋ ਗੁਰ ਚਰਣੀ ਸਿੱਖ ਪੜਤੇ ਆ, ਗੁਰ ਚਰਣੀ ਸਿੱਖ ਪੜਤੇ ਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਬੋਲੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਇਕਬਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ
हर 2 महीने बाद सिफ्त सलाह रसाले दे रूप विच पहुंच सकता है। रसाला बुक करवाउण लई संपर्क करो 98765 25850।